ਲੋਕਾਂ ਨੇ ਪਹਿਲਾਂ ਪੂਰਾ ਜ਼ੋਰ ਲਗਾ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਬਦਲਣੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ, ਤਾਂ ਲੋਕਾਂ ਨੇ ਅਜਿਹਾ ਕੀਤਾ ਵੀ। ਉਸੇ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਪੂਰਾ ਜ਼ੋਰ ਲੱਗ ਚੁੱਕਿਆ ਸੀ। ਇਸ सीट ਤੇ ਚਾਂਸ नहीं लिया आम आदमी पार्टी ने जी। और जो मुख्यमंत्री भगवंत मान जी ने शुरू तो ही इन्नी सीरियसली कंपेन शुरू की, प्रचार शुरू किए, रोड शो किए कि उन्होंने कोई चीज़ चांस ते छड्डी हुई नहीं। विरोधी धਿਰ ਦਾ ਇਲਜ਼ਾਮ ਲਗਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਉੱਥੇ VOTING ਹੋਈ, ਜਿਹੜੇ ਸਾਡੇ ਕੈਂਡੀਡੇਟ ਸੀਗੇ, ਜਿਵੇਂ ਸਾਡੇ ਕੋਈ ਵਰਕਰ ਸੀਗੇ, ਉਹਨਾਂ ਦੇ ਉੱਤੇ ਇਸ ਤਰੀਕੇ ਦਾ ਦਬਾਅ ਬਣਾਇਆ ਕਿ ਪਰਚੇ ਕਰ ਦਿੱਤੇ ਜਾਣਗੇ, ਤੁਹਾਡੇ ਵਿਜੀਲੈਂਸ ਦੀ ਇਨਕੁਆਇਰੀ ਹੋਣੀ। ਇਹ ਜਿਹੜਾ ਮਾਰਜਨ ਹੈ ਇਹ ਸ਼ੋ ਕਰਦਾ ਹੈ ਕਿ ਲੋਕਾਂ ਨੇ ਤਹਿ ਦਿਲੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਕਿਉਂਕਿ ਮਾਰਜਨ ਜ਼ਿਆਦਾ ਸਿਗਨੀਫੀਕੈਂਟ ਹੈ, ਇਹ ਜ਼ਿਆਦਾ ਪ੍ਰਭਾਵਸ਼ਾਲੀ ਹੈ। जिस तरीके ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵਿੰਦਰ ਜੀ ਸੁੱਖੀ ਜੀ ਲੜ ਰਹੇ ਸੀਗੇ ਚੋਣਾਂ, ਪਲੱਸ ਕਰਕੇ ਚੋਣਾਂ ਲੜੇ ਨੇ, ਕੀ ਲੱਗਦਾ ਜਿਹੜੀ ਚੋਣ ਹੋਈ ਹੈ ਇਹ ਵੰਡੀ ਗਈ 79 ਹਜ਼ਾਰ ਰੁਪਏ ਉਹਨਾਂ ਨੂੰ ਵੋਟ ਪੈ ਗਈ, ਉਹਨਾਂ ਨੂੰ ਅੱਧੀ ਉਹਨਾਂ ਦੀ ਬਸਪਾ ਦੀ ਸੀਗੀ, ਅਕਾਲੀ ਦਲ ਨੂੰ ਫਿਰ ਵੀ ਨਹੀਂ ਵੋਟ ਜ਼ਿਆਦੀ ਪਈ। ਪਿਛਲੀ ਜਿਹੜੀ ਚੋਣ ਹੋਈ ਹੈ ਨਾ ਪਾਰਲੀਮੈਂਟ ਦੀ 2019 ਦੀ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੂੰ ਰਲਾ ਕੇ ਕੋਈ 5.5 ਲੱਖ ਵੋਟ ਪਈ ਹੈ। ਲੋਕ ਇਹ ਸਮਝ ਰਹੇ ਸੀ ਤੇ ਅਕਾਲੀ ਦਲ ਨੂੰ ਵੀ ਇਹ ਭੁਲੇਖਾ ਸੀ ਵੀ 5.5 ਲੱਖ 5 ਲੱਖ ਨਹੀਂ ਪੈਣਗੀਆਂ ਤੇ 3 ਵੀ ਪੈ ਜਾਣਗੀਆਂ ਤਾਂ ਵੀ ਜਿੱਤ ਜਾਣਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੰਮ੍ਰਿਤ ਪ੍ਰਸਾਦ ਦੇ YouTube ਚੈਨਲ ਦੇ ਨਾਲ। ਅੱਜ ਚਰਚਾ ਕਰਾਂਗੇ ਤੁਰਦੇ ਫਿਰਦੇ ਕਿਸੇ ਦੇ ਵਿੱਚ, ਜੋ ਕਿ ਜਲੰਧਰ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਨੇ। ਲੋਕਾਂ ਨੇ ਪਹਿਲਾਂ ਪੂਰਾ ਜ਼ੋਰ ਲਗਾ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਬਦਲਣੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ, ਤਾਂ ਲੋਕਾਂ ਨੇ ਅਜਿਹਾ ਕੀਤਾ ਵੀ। ਉਸੇ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਪੂਰਾ ਜ਼ੋਰ ਲੱਗ ਚੁੱਕਿਆ ਸੀ, ਸਿਰ ਧੜ ਦੀ ਬਾਜੀ ਲੱਗ ਚੁੱਕੀ ਸੀ ਕਿ ਕਿਹੜੀ ਪਾਰਟੀ ਨੂੰ ਇਸ ਵਕਤ ਜਿਤਾਉਣਾ ਹੈ, ਕਿਹੜਾ ਅਜਿਹਾ ਕੈਂਡੀਡੇਟ ਹੈ ਜਿਹੜਾ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਭੇਜਣਾ ਹੈ। ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਸਿੰਘ ਜੁੜੇ ਹੋਏ ਹੋਣਗੇ ਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਲੰਧਰ ਚੋਣਾਂ ਦੇ ਵਿੱਚ ਕੀ ਕੁਛ ਆਮ ਆਦਮੀ ਪਾਰਟੀ ਦੇ ਝੋਲੀ ਪਿਆ, ਕੀ ਕੁਛ ਕਾਂਗਰਸ ਦੇ ਝੋਲੀ ਪਿਆ, ਕੀ BJP ਅਤੇ ਕੀ ਅਕਾਲੀ ਦਲ ਪਲੱਸ ਬਸਪਾ ਦੇ ਪਿਆ। ਸਰ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਅਸੀਂ ਜਾਣਨਾ ਚਾਹਾਂਗੇ ਜੋ ਜਲੰਧਰ ਦੇ ਵਿੱਚ ਚੋਣਾਂ ਹੋਈਆਂ ਨੇ, ਇਹਨਾਂ ਦੇ ਸਿੱਟੇ ਜਿਹੜੇ ਦੇਖੇ ਨੇ ਆਮ ਆਦਮੀ ਪਾਰਟੀ ਦੇ ਝੋਲੀ ਪਏ ਨੇ, ਤੁਸੀਂ ਇਸ ਚੀਜ਼ ਦਾ ਕੀ ਐਨਾਲਿਸਿਸ ਕੀਤਾ ਹੁਣ ਤੱਕ? ਦੇਖੋ, ਇਵੇਂ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਬੂਸਟ ਚਾਹੀਦਾ ਸੀ ਸੰਗਰੂਰ ਦੀ ਚੋਣ ਹਾਰਨ ਤੋਂ ਬਾਅਦ। ਸੰਗਰੂਰ ਦੀ ਜਿਹੜੀ ਪਾਰਲੀਮੈਂਟ ਦੀ ਸੀਟ ਭਗਵੰਤ ਮਾਨ ਜੀ ਨੇ ਖਾਲੀ ਕੀਤੀ ਸੀ ਜੀ, ਤੇ ਉਸ ਸੀਟ ਤੇ ਆਮ ਆਦਮੀ ਪਾਰਟੀ ਨੇ ਬੜੀ ਕੈਜੂਅਲੀ ਲੜੀ ਤੇ ਉਹ ਸੀਟ ਉਹ ਹਾਰ ਗਏ ਤੇ ਜਿੱਤ ਗਏ ਮਾਨ, ਯਾਨੀ ਅੰਮ੍ਰਿਤਸਰ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਉੱਥੋਂ ਮੈਂਬਰ ਪਾਰਲੀਮੈਂਟ ਬਣ ਗਏ। ਇਸ ਸੀਟ ਤੇ चांस नहीं लिया आम आदमी पार्टी ने जी। और जो मुख्यमंत्री भगवंत मान जी ने शुरू तो ही इन्नी सीरियसली कंपेन शुरू की, प्रचार शुरू किए, रोड शो किए कि उन्होंने कोई चीज़ चांस ते छड्डी हुई नहीं। और जदों अध नालों वध चोण प्रचार लंघ चुका सी ते लोकां नूं शक सी कि जितेगी ते कांग्रेस सी, क्योंकि कांग्रेस इस सीट ते पिछले लंबे समय तो एक बारी छड़ के बाकी 28 साल कांग्रेस की ये पक्की सीट है। और उन्होंने ये सी भी जितेगी तो अंत नूं कांग्रेस ही, क्योंकि कांग्रेसियों ने भी बड़ा जोर लाया सी। सारे कांग्रेसी, नवजोत सिद्धू की, बाजवा प्रताप सिंह बाजवा लीडर ऑफ द ओपोजिशन, सारे उन्होंने जिहड़े लीडर सी उन्होंने बड़ा जोर लाया तो बड़ी उम्मीद सी। पर जदों रिजल्ट निकलिया तो कई लोगों ਜਿਹੜੇ ਸੀ ਉਹਨਾਂ ਉਹ ਚੱਕੋ ਚੌਂਦ ਰਹਿ ਗਏ, ਕਿਉਂਕਿ ਸਿਰਫ ਸੀਟ ਹੀ ਨਹੀਂ ਜਿੱਤੀ, ਸੀਟ ਦਾ ਤੁਸੀਂ ਮਾਰਜਨ ਦੇਖੋ। 50,000 ਕ੍ਰਾਸ ਕਰ ਗਿਆ, 58,691 ਦੇ ਨੇੜੇ ਪਹੁੰਚ ਗਏ। ਹਾਂਜੀ, ਤੁਸੀਂ ਦਾ ਮਾਰਜਨ ਦੇਖੋ, ਇਹ ਹੈਗਾ 58,691। ਇਹ ਜਿਹੜਾ ਮਾਰਜਨ ਹੈ ਇਹ ਸ਼ੋ ਕਰਦਾ ਹੈ ਕਿ ਲੋਕਾਂ ਨੇ ਤਹਿ ਦਿਲੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, क्योंकि मार्जन ज़्यादा सिग्निफिकेंट है, ये ज़्यादा प्रभावशाली है बनिस्बत सीट जितन दे।
ਔਰ ਕਾਂਗਰਸ ਇਹਦੇ ਨੇੜੇ ਵੀ ਨਹੀਂ ਖੜੀ, ਕਿਉਂਕਿ ਕਰਮਜੀਤ ਕੌਰ ਨੂੰ ਪਈਆਂ 2,43,588 ਵੋਟਾਂ। ਸੋ ਇਹ ਸਾਰਾ ਕੁਝ ਜੋ ਇਹ ਸਿੱਧ ਕਰਦਾ ਕਿ ਭਗਵੰਤ ਮਾਨ ਹਲੇ ਵੀ ਪੰਜਾਬ ਦੇ ਲੋਕਾਂ ਵਿੱਚ ਹਰਮਨ ਪਿਆਰਾ ਲੀਡਰ ਹੈ। ਉਹ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਦੇ ਰੋਡ ਸ਼ੋਅ ਵਿੱਚ ਲੋਕ ਜੋਸ਼ ਨਾਲ ਆਉਂਦੇ ਸੀ, ਨਾਰਿਆਂ ਦੇ ਜਵਾਬ ਦਿੰਦੇ ਸੀ, ਉਹ ਬੜੀ ਵੱਡੀ ਗੱਲ ਸੀਗੀ। ਔਰ ਵੋਟਾਂ ਪਾਉਣ ਵੇਲੇ ਵੀ ਲੋਕਾਂ ਨੇ ਜਿਹੜੀਆਂ ਵੋਟਾਂ ਦੱਬ ਕੇ ਪਾਈਆਂ, ਜਿਸ ਦਾ ਸਿੱਟਾ ਇਹ ਹੋਇਆ ਕਿ ਐਡਾ ਵੱਡਾ ਮਾਰਜਨ ਆਇਆ। ਦੂਸਰਾ ਇਹ ਹੈ ਕਿ ਇਹ ਹੁਣੇ ਨੈਸ਼ਨਲ ਪਾਰਟੀ ਦਾ ਰੁਤਬਾ ਮਿਲਿਆ ਆਮ ਆਦਮੀ ਪਾਰਟੀ ਨੂੰ, ਜਦ ਕਿ ਹੋਰ ਪੁਰਾਣੀਆਂ ਪਾਰਟੀਆਂ ਦਾ ਜਿਵੇਂ ਰੁਤਬੇ ਖੁੱਸ ਗਏ, ਪਰ ਇਹਨਾਂ ਨੂੰ ਮਿਲ ਗਿਆ। ਸੋ ਉਸ ਲਈ ਵੀ ਇਹ ਜਿੱਤ ਬੜੀ ਮਾਇਨੇ ਰੱਖਦੀ ਹੈ, ਕਿਉਂਕਿ ਕੇਜਰੀਵਾਲ ਜੋ ਪਾਰਟੀ ਦੇ ਕਨਵੀਨਰ ਹਨ ਤੇ ਦਿੱਲੀ ਦੇ ਮੁੱਖ ਮੰਤਰੀ ਹਨ, ਉਹਨਾਂ ਨੂੰ ਵੀ ਇਸ ਨਾਲ ਬੜੀ ਵੱਡੀ ਜਿੱਤ, ਉਹਨਾਂ ਦਾ ਰੁਤਬਾ ਵੀ ਸਾਰੇ ਦੇਸ਼ 'ਚ ਵੱਧ ਗਿਆ। ਹਾਲਾਂਕਿ ਉਹਨਾਂ ਨੂੰ ਕਰਨਾਟਕਾ ਵਿੱਚ ਕੋਈ ਸੀਟ ਨਹੀਂ ਮਿਲੀ, ਔਰ ਉਸ ਨੂੰ ਕੰਪਨਸੇਟ ਇੱਧਰੋਂ ਹੋ ਗਿਆ ਕਿ ਇੱਕ ਨੈਸ਼ਨਲ ਪਾਰਟੀ ਨੂੰ ਉੱਥੇ ਸੀਟ ਮਿਲ ਵੀ ਨਹੀਂ ਸੀ ਸਕਦੀ, ਕਿਉਂਕਿ ਜਿਸ ਤਰ੍ਹਾਂ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਐਂਟੀ ਮੋਦੀ ਸੀਗਾ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਵਿਰੁੱਧ, ਉਸ ਵਿੱਚ ਆਮ ਆਦਮੀ ਪਾਰਟੀ ਦਾ ਖੜਨਾ ਬੜਾ ਮੁਸ਼ਕਲ ਸੀਗਾ, ਕਿਉਂਕਿ ਜਿੱਥੇ ਨੈਸ਼ਨਲ ਪਾਰਟੀ ਹੋਈ ਨਹੀਂ ਖੜ ਸਕੀ, ਜਿਹੜੀ ਰਾਜ ਸੱਤਾ 'ਚ ਬੈਠੀ ਔਰ ਜਿਨ੍ਹਾਂ ਦਾ ਸਟਾਰ ਕੰਪੇਨਰ ਨਰਿੰਦਰ ਮੋਦੀ ਹੈ, ਉਹਨਾਂ ਦੇ ਪੈਰਾਂ ਹੇਠੋਂ ਹੀ ਜ਼ਮੀਨ ਨਿਕਲ ਗਈ। ਉਹਨਾਂ ਦੀਆਂ ਸਿਰਫ 65 ਸੀਟਾਂ ਆਈਆਂ ਔਰ ਕਾਂਗਰਸ ਦੀਆਂ ਦੁੱਗਣੇ ਨਾਲੋਂ ਵੀ ਵੱਧ 135 ਸੀਟਾਂ ਆਈਆਂ। ਜੀ ਉਹ ਤੇ ਵੀ ਡਿਸਕਸ਼ਨ ਆਪਾਂ ਜ਼ਰੂਰ ਕਰਾਂਗੇ, ਪਰ ਜਿਵੇਂ ਪੰਜਾਬ ਇਹਦਾ ਮੈਂ ਇਹ ਦੱਸਦਾ, ਉਹਦਾ ਫਿਰ ਅਸਰ ਇਹ ਹੋਇਆ ਕਿ ਪੰਜਾਬ ਵਿੱਚ ਕੀਤਾ ਕੀ ਹੈ, ਕਿਉਂ ਲੋਕ ਜੁੜੇ ਹੋਏ ਆ, ਜਦ ਕਿ ਆਮ ਲੋਕਾਂ ਨੂੰ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਰੈਪੂਟੇਸ਼ਨ ਹੈ ਉਹਨੂੰ ਧੱਬੇ ਲੱਗ ਗਏ ਉਹਨੂੰ, ਕਿਉਂਕਿ ਜਿਹੜਾ 300 ਯੂਨਿਟ ਬਿਜਲੀ ਫ੍ਰੀ ਦੇਣੀ ਹੈ ਨਾ, ਉਹਦੇ ਨਾਲ ਲੋਕਾਂ ਦੇ ਘਰਾਂ 'ਚ, ਪਿੰਡਾਂ 'ਚ, ਗਰੀਬਾਂ ਦੇ ਜਿਹੜੇ ਬਿੱਲ, ਜਿਹੜੇ ਜ਼ੀਰੋ ਬਿੱਲ ਗਏ ਘਰਾਂ 'ਚ, ਉਹਦੇ ਨਾਲ ਲੋਕਾਂ ਨੂੰ ਲੱਗਿਆ ਵੀ ਇਹ ਪਾਰਟੀ ਜਿਹੜੀ ਹੈ ਵਾਕਈ ਇਹਨੇ ਜੋ ਵਾਅਦੇ ਕੀਤੇ ਉਹ ਕਰ ਪਾਈ। ਹਾਲਾਂਕਿ ਜਨਾਨੀਆਂ ਦੇ 1000 ਰੁਪਇਆ ਮਹੀਨਾ ਦੇਣ ਵਾਲਾ ਇਹਨਾਂ ਦਾ ਹਲੇ ਜਿਹੜਾ ਕਰਜ਼ਾ ਰਹਿੰਦਾ, ਜਿਹੜੀਆਂ ਪੰਜਾਬ ਦੀਆਂ ਔਰਤਾਂ ਉਹਨਾਂ ਦੀ ਪੈਨਸ਼ਨ ਦਾ, ਸੋ ਉਹਨਾਂ ਨੂੰ ਇੱਕ ਤੇ ਐਡਵਾਂਟੇਜ ਹੋਇਆ। ਦੂਜਾ, ਤਹਿਸੀਲਾਂ ਵਿੱਚ ਜਿਹੜੀ ਰਿਸ਼ਵਤ ਚੱਲਦੀ ਸੀ, ਲੋਕ ਰਜਿਸਟਰੀਆਂ ਕਰਾਉਣ ਜਾਂਦੇ ਸੀ, ਉਹ ਤਹਿਸੀਲਾਂ ਵਿੱਚ ਵੀ ਜਿਹੜੇ ਇਹਨਾਂ ਨੇ ਜਿਸ ਤਰ੍ਹਾਂ ਭਗਵੰਤ ਮਾਨ ਕਰਪਸ਼ਨ ਦੇ ਵਿੱਚ ਫੜ ਕੇ ਅੰਦਰ ਦੇਈ ਜਾਂਦਾ, ਮਿਨਿਸਟਰ ਵੀ ਅਫਸਰ ਵੀ, ਉਹ ਉਹਨਾਂ 'ਤੇ ਵੀ ਬੜਾ ਪ੍ਰਭਾਵ ਹੈ ਵੀ ਜੇ ਫੜੇ ਗਏ ਤਾਂ ਇਹਨੇ ਤੇ ਛੱਡਣਾ ਨਹੀਂ। ਹੁਣ ਜਿਹੜੀ ਬਿਊਰੋਕਰੇਸੀ ਹੈ ਉਹ ਭਗਵੰਤ ਮਾਨ ਤੋਂ ਐਂ ਡਰਦੀ ਹੈ। ਤੁਹਾਨੂੰ ਮੈਂ ਐਗਜ਼ਾਮਪਲ ਦੇ ਰਿਹਾ, ਔਰ ਇਹ ਬੜੀ ਇੰਪੋਰਟੈਂਟ ਐਗਜ਼ਾਮਪਲ ਹੈ, ਮਹੱਤਵਪੂਰਨ ਇਸ ਲਈ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਨੇ ਆਪਣਾ ਕੰਡੋਲੈਂਸ ਮੈਸੇਜ ਭੇਜਣਾ ਸੀ, ਤੇ ਜਿਹੜੀ ਪੰਜਾਬ ਦੀ IAS ਕੇਡਰ ਦੀ ਐਸੋਸੀਏਸ਼ਨ ਹੈ, ਉਹਨਾਂ ਨੇ ਚੀਫ ਮਿਨਿਸਟਰ ਤੋਂ ਪਰਮਿਸ਼ਨ ਲਈ ਕਿ ਵੀ ਅਸੀਂ ਇਹ ਭੇਜ ਦਈਏ ਕੰਡੋਲੈਂਸ, ਕੋਈ ਤੁਹਾਨੂੰ ਇਤਰਾਜ਼ ਨਹੀਂ। ਉਹ ਤੇ ਬੜੀ ਫਰਾਖ ਦਿਲੀ ਦਿਖਾਈ, ਭਗਵੰਤ ਮਾਨ ਜੀ ਨੇ ਕਿਹਾ ਭੇਜੋ, ਉਹਨੂੰ ਕਿਉਂ, ਉਹ ਰੋਕ ਵੀ ਨਹੀਂ ਸੀ ਸਕਦੇ, ਰੋਕਣਾ ਵੀ ਨਹੀਂ ਚਾਹੀਦਾ ਸੀ, ਕਿਉਂਕਿ ਬੜਾ ਭਾਵਕ ਜਿਹਾ ਮਸਲਾ ਹੈ। ਲੋਕਾਂ ਨੇ, ਅਫਸਰਾਂ ਨੇ ਇੰਨੇ ਸਾਲ ਉਹਨਾਂ ਨਾਲ ਕੰਮ ਕੀਤਾ, ਜੋ 17 ਸਾਲ ਦੇ। ਸੋ ਮੈਂ ਤੁਹਾਨੂੰ ਭਗਵੰਤ ਮਾਨ ਦੇ ਦਾਅਵੇ ਦੀ ਗੱਲ ਕਰ ਰਿਹਾ, ਕਰਪਸ਼ਨ ਦੇ ਅਗੇਂਸਟ। ਸੋ ਇਹ ਸਭ ਕੁਝ ਦਾ ਹੁਣ ਅਸਰ ਕੀ ਹੋਣਾ, ਅੱਗੇ ਆ ਰਹੀਆਂ ਚੋਣਾਂ ਪੰਚਾਇਤ ਦੀਆਂ ਤੇ ਮਿਊਨਿਸਪਲ ਕਮੇਟੀਆਂ ਦੀਆਂ, ਉਹਦੇ ਵਿੱਚ ਵੀ ਉਹਨਾਂ ਨੂੰ ਇਸ ਜਿੱਤ ਦਾ ਫਾਇਦਾ ਹੋਏਗਾ। ਇਸ ਦੇ ਵਿੱਚ ਸਰ ਪਰ ਵਿਰੋਧੀ ਧਿਰ ਦਾ ਇਲਜ਼ਾਮ ਲਗਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਉੱਥੇ ਵੋਟਿੰਗ ਹੋਈ, ਜਿਹੜੇ ਸਾਡੇ ਕੈਂਡੀਡੇਟ ਸੀਗੇ, ਜਿਵੇਂ ਸਾਡੇ ਕੋਈ ਵਰਕਰ ਸੀਗੇ, ਉਹਨਾਂ ਦੇ ਉੱਤੇ ਇਸ ਤਰੀਕੇ ਦਾ ਦਬਾਅ ਬਣਾਇਆ ਕਿ ਪਰਚੇ ਕਰ ਦਿੱਤੇ ਜਾਣਗੇ, ਤੁਹਾਡੇ ਵਿਜੀਲੈਂਸ ਦੀ ਇਨਕੁਆਇਰੀ ਹੋਣਗੀ। ਇਹ ਸਾਫ਼ ਤੌਰ 'ਤੇ ਵਿਰੋਧੀ ਧਿਰ ਪਾਰਟੀਆਂ ਕਹਿੰਦੇ ਨਜ਼ਰ ਆਉਂਦੀ, ਤਾਂ ਕਹਿੰਦੇ ਸਾਡੀ ਸੀਟ ਪੱਕੀ ਸੀ, ਕਾਂਗਰਸ ਕਹਿੰਦੀ ਨਜ਼ਰ ਆ ਰਹੀ। ਦੇਖੋ, ਨਵਜੋਤ ਸਿੱਧੂ ਨੇ ਕਿਹਾ ਬਈ ਇਹ ਪੁਲਿਸ ਦੀ ਜਿੱਤ ਹੈ। ਹੁਣ ਪੁਲਿਸ ਦੀ ਜਿੱਤ, ਮੈਂ 40 ਸਾਲ ਰਿਪੋਰਟਿੰਗ ਕੀਤੀ ਹੈ ਪੰਜਾਬ ਵਿੱਚ, ਕਈ ਇਲੈਕਸ਼ਨਾਂ ਕੀਤੀਆਂ। ਇਹ ਜਿਹੜੀ ਪੁਲਿਸ ਦੀ ਜਿੱਤ ਹੁੰਦੀ ਹੈ ਨਾ, ਉਹਦੇ ਨਾਲ ਮਾਰਜਨ ਹੁੰਦਾ, ਤੁਸੀਂ 500 ਸੀਟਾਂ 'ਤੇ ਜਿੱਤ ਗਏ, 1000 ਵੋਟਾਂ 'ਤੇ ਜਿੱਤ ਗਏ, 1500 ਜਿੱਤ ਗਏ। ਇਹ ਜਿਹੜਾ
58,691 ਵੋਟਾਂ ਤੇ ਜਿੱਤੇ ਨਾ, ਇਹ ਪੁਲਿਸ ਦੀ ਮਦਦ ਨਾਲ ਨਹੀਂ ਤੁਸੀਂ ਜਿੱਤ ਸਕਦੇ। ਪੁਲਿਸ ਇੰਨੇ ਲੋਕਾਂ ਨੂੰ ਨਹੀਂ ਡਰਾ ਕੇ ਲੈ ਗਈ ਕਿ ਲੱਖਾਂ ਲੋਕਾਂ ਨੂੰ ਡਰਾ ਕੇ ਲੈ ਗਈ। ਨਹੀਂ, ਉਹ ਕਹਿੰਦੇ ਲੈ ਕੇ ਨਹੀਂ, ਲੈ ਆਣ ਹੀ ਨਹੀਂ ਦਿੱਤਾ, ਕਹਿੰਦੇ ਨਹੀਂ ਵੋਟਾਂ ਦੇਖੋ ਨਾ ਕਿੰਨੀਆਂ ਪਈਆਂ। ਵੋਟਾਂ ਦੇਖੋ, ਕਰਮਜੀਤ ਕੌਰ ਨੂੰ ਪਈਆਂ 2,43,588 ਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਨੂੰ ਪਈਆਂ 1,58,445, ਬੀਜੇਪੀ ਨੂੰ ਪਈਆਂ 1,34,800 ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਨੀ ਮਾਨ ਦੇ ਕੈਂਡੀਡੇਟ ਨੂੰ ਵੀ ਵੋਟਾਂ ਪੈ ਗਈਆਂ। ਤੁਸੀਂ ਇਹ ਦੇਖੋ, ਉਹਨੂੰ ਵੋਟਾਂ ਪਈਆਂ 20,366। ਹੁਣ ਤੁਸੀਂ ਇਸ ਨੂੰ ਦੇਖੋ ਕਿ ਵੀ ਪਾਰਲੀਮੈਂਟ ਸੰਗਰੂਰ ਦੀ ਜਿਮਨੀ ਚੋੜ 'ਚ ਤੇ ਮਾਨ ਜਿੱਤ ਰਿਹਾ। ਇੱਥੇ ਮਾਨ ਦੇ ਕੈਂਡੀਡੇਟ ਦੀ ਸਿਰਫ ਜ਼ਮਾਨਤ ਹੀ ਨਹੀਂ ਜ਼ਬਤ ਹੋ ਰਹੀ, ਉਹ ਜਾ ਵੱਜਿਆ ਥੱਲੇ, ਜਿਹੜਾ ਕਿ ਇਸ ਤੋਂ ਘੱਟ ਹੋਰ ਕੀ ਹੋ ਸਕਦੀਆਂ ਵੋਟਾਂ। ਔਰ ਬੀਜੇਪੀ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਹੈ। ਸੋ ਇਹ ਨਹੀਂ ਕਹਿ ਸਕਦੇ, ਕਿਉਂਕਿ ਦੇਖੋ ਬੀਜੇਪੀ ਨੂੰ ਇੰਨੀਆਂ ਵੋਟਾਂ ਪਈਆਂ, ਲੋਕ ਬਾਹਰ ਆਏ, ਉਹ ਜਿਮਨੀ ਚੋਣ ਕਰਕੇ ਔਰ ਲੋਕਾਂ ਨੂੰ ਇਹ ਸੀ ਵੀ 10-11 ਮਹੀਨੇ ਲਈ ਮੈਂਬਰ ਪਾਰਲੀਮੈਂਟ ਬਣ ਲਿਆ, ਉਹਦੇ ਕਰਕੇ ਵੋਟ ਪਰਸੈਂਟੇਜ ਘੱਟ ਹੋਈ। ਪਰ ਜਿਹੜਾ ਮਾਰਜਨ ਨੇ ਔਰ ਜੋ ਵੋਟਾਂ ਪਈਆਂ ਸਾਰੀਆਂ ਪਾਰਟੀਆਂ ਨੂੰ ਅੱਛੀ, ਚਾਹੇ ਕੋਈ ਬਹੁਤੀ ਕੰਸੋਲੇਸ਼ਨ ਨਹੀਂ ਦੋਨਾਂ ਪਾਰਟੀਆਂ ਨੂੰ। ਇਸ ਦੇ ਵਿੱਚ ਮੈਂ ਵੀ ਇਹ ਐਡ ਕਰਨਾ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵਿੰਦਰ ਜੀ ਸੁੱਖੀ ਜੀ ਲੜ ਰਹੇ ਸੀਗੇ ਚੋਣਾਂ, ਪਲੱਸ ਕਰਕੇ ਚੋਣਾਂ ਲੜੇ ਨੇ, ਕੀ ਲੱਗਦਾ ਜਿਹੜੀ ਚੋਣ ਹੋਈ ਹੈ ਇਹ ਵੰਡੀ ਗਈ 79,000 ਰੁਪਏ ਉਹਨਾਂ ਨੂੰ ਵੋਟ ਪੈ ਗਈ, ਇਹਨਾਂ ਨੂੰ ਅੱਧੀ ਉਹਨਾਂ ਦੀ ਬਸਪਾ ਦੀ ਸੀਗੀ, ਅਕਾਲੀ ਦਲ ਨੂੰ ਫਿਰ ਵੀ ਨਹੀਂ ਵੋਟ ਜ਼ਿਆਦਾ ਪਈ। ਪਿਛਲੀ ਜਿਹੜੀ ਚੋਣ ਹੋਈ ਹੈ ਨਾ ਪਾਰਲੀਮੈਂਟ ਦੀ 2019 ਦੀ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੂੰ ਰਲਾ ਕੇ ਕੋਈ 5.5 ਲੱਖ ਵੋਟ ਪਈ ਹੈ। ਲੋਕ ਇਹ ਸਮਝ ਰਹੇ ਸੀ ਤੇ ਅਕਾਲੀ ਦਲ ਨੂੰ ਵੀ ਇਹ ਭੁਲੇਖਾ ਸੀ ਵੀ 5 ਲੱਖ ਨਹੀਂ ਪੈਣਗੀਆਂ ਤੇ 3 ਵੀ ਪੈ ਜਾਣਗੀਆਂ ਤਾਂ ਵੀ ਜਿੱਤ ਜਾਣਗੇ। ਪਰ ਉਹਨਾਂ ਨੂੰ ਵੋਟ ਨਹੀਂ ਪਈ ਨਾ, ਕਨਵਰਟ ਨਹੀਂ ਹੋਈ। 1,58,445 ਵੋਟ ਪਈ ਹੈ ਦੋਨਾਂ ਪਾਰਟੀਆਂ, ਵੰਡ ਕੇ 79,000। ਹੁਣ ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਹੈਗੇ ਦਲਿਤ ਵੋਟਾਂ ਹੈ, ਉਹਨਾਂ ਨੇ ਨਹੀਂ ਪਾਈਆਂ ਵੋਟਾਂ, ਕਿਉਂਕਿ ਫਿਊਡਲਸ ਦੀ ਪਾਰਟੀ ਹੈ, ਹਾਂਜੀ, ਰਜਵਾੜਿਆਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਤੇ ਉਹਨਾਂ ਨੇ ਵੋਟਾਂ ਪਾਈਆਂ ਜਾਂ ਕਾਂਗਰਸ ਨੂੰ ਜਾਂ ਆਪ ਨੂੰ। ਆਪ ਵੱਲ ਬੜਾ ਝੁਕਾਅ ਹੋਇਆ ਲੋਕਾਂ ਦਾ ਉਹਦੇ ਵਿੱਚ, ਕਿਉਂਕਿ ਜਿਹੜੀ ਬਿਜਲੀ ਦੇ ਬਿੱਲ ਮਾਫ ਹੋਏ ਨੇ ਉਹ ਗਰੀਬਾਂ 'ਚ, ਉਹਨਾਂ 'ਚ ਬਹੁਤੇ ਦਲਿਤ ਹੀ ਹੈ, ਰਿਜ਼ਰਵ ਸ਼੍ਰੇਣੀਆਂ 'ਚੋਂ ਹੈ। ਕਿਉਂਕਿ 300 ਬਿੱਲ ਤੇ ਕਿੱਦਾਂ ਆਉਂਦਾ ਨਾ, ਤੁਸੀਂ ਸੋਚੋ ਤੇ ਸਹੀ, ਪਿੰਡ 'ਚ ਕਿੰਨਾ ਗਰੀਬ ਬੰਦਾ ਹੋਏਗਾ ਵੀ 300 ਰੁਪਏ ਬਿੱਲ ਆਉਂਦਾ ਉਹਦਾ, ਤੇ ਉਹ ਮਾਫ ਹੋ ਗਿਆ। ਲਹਿਰ ਤਾਂ ਬੜੀ ਚੱਲੀ ਸੀਗੀ ਕਿ ਕਾਂਗਰਸ ਨੇ ਜਿਹੜੀ ਬਾਜੀ ਮਾਰ ਲੈਣੀ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਵੀ ਉੱਥੇ ਪਹੁੰਚੇ ਸੀਗੇ, ਉਹਨਾਂ ਨੇ ਵੀ ਆਪਣੇ ਪੁੱਤ ਦਾ ਜਸਟਿਸ ਮੰਗਿਆ ਉੱਥੇ ਜਾ ਕੇ। ਦੇਖੋ ਉਹਨਾਂ ਦੇ ਪਿਤਾ ਨੇ ਇਹ ਵੀ ਕਿਹਾ ਵੀ ਮੇਰੇ ਪੁੱਤ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਹੋਏਗੀ ਉਹ ਤੁਸੀਂ ਇਹਨਾਂ ਨੂੰ ਵੋਟਾਂ ਆਪ ਨੂੰ ਨਾ ਪਾਓ, ਹੋਰ ਜਿਹੜੀ ਮਰਜ਼ੀ ਪਾਰਟੀ ਨੂੰ। ਦੇਖੋ ਉਹਦੇ ਵਿੱਚ ਲੋਕਾਂ ਦਾ ਨਾ ਦੇਖੋ ਕੰਮ ਲੈਣੇ ਹੁੰਦੇ ਨੇ, ਲੋਕ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਹੁੰਦੇ ਨੇ। ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦਾ ਇਨਫਲੂਐਂਸ ਸੰਗਰੂਰ ਵਿੱਚ ਤੇ ਸੀ, ਸਾਰੇ ਪੰਜਾਬ 'ਚ ਨਹੀਂ ਹੋ ਸਕਦਾ ਤੇ ਹਰ ਇਲੈਕਸ਼ਨ 'ਚ ਵੀ ਨਹੀਂ ਹੋ ਸਕਦਾ, ਕਿਉਂਕਿ ਇਹ ਫਿਰ ਇਵੇਂ ਹੋ ਰਿਹਾ ਨਾ ਵੀ ਹੁਣ ਉਸ ਦੀ ਡੈਥ ਨੂੰ ਉਹ ਪੋਲੀਟੀਕਲਾਈਜ਼ ਕਰ ਰਹੇ ਨੇ ਉਹਦੇ ਪਿਤਾ ਜੀ ਬਲਕੌਰ ਸਿੰਘ ਜੀ, ਜੋ ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਹੈ ਵੀ ਉਹਨਾਂ ਨੂੰ ਇਹ ਨਹੀਂ ਕਰਨੀ ਚਾਹੀਦੀ। ਇਹਦਾ ਕਾਰਨ ਕੀ ਮੰਨਦੇ ਹੋ ਇਸਦਾ? ਜੀ ਇਹਦਾ ਦੇਖੋ, ਉਹਨਾਂ ਦਾ ਜਿਸ ਢੰਗ ਨਾਲ ਉਹਨਾਂ ਦਾ ਇਕਲੌਤਾ ਬੇਟਾ ਇਹਦਾ ਕਤਲ ਹੋਇਆ, ਉਹ ਤੇ ਬੜਾ ਦਰਦਨਾਕ ਹੈ। ਹਰ ਕਿਸੇ ਨੂੰ ਦੁੱਖ ਹੈ, ਮੈਨੂੰ ਵੀ ਦੁੱਖ ਹੈ, ਸਭ ਨੂੰ ਦੁੱਖ ਹੈ, ਤੁਹਾਨੂੰ ਦੁੱਖ ਹੈ, ਕਿਉਂਕਿ ਕਿਸੇ ਇੰਨੇ ਵੱਡੇ ਕਲਾਕਾਰ ਨੂੰ ਇਸ ਤਰ੍ਹਾਂ ਅਜਾਈ ਮੌਤ ਮਾਰ ਦੇਣਾ। ਪਰ ਉਹਦੇ 'ਚ ਪੁਲਿਸ ਦੀ ਵੀ ਗਲਤੀ ਹੈ। ਉਸ ਕੋਲ 2 ਸਿਕਿਉਰਿਟੀ ਗਾਰਡ ਸੀ, ਉਹਨੂੰ ਉਹ 2 ਨਾਲ ਲੈ ਕੇ ਜਾਣੇ ਚਾਹੀਦੇ ਸੀ, ਹਾਂਜੀ। ਉਹਨਾਂ ਨੂੰ ਮਿਲ ਗਿਆ ਜਿਹਨੂੰ ਕੀ ਕਹਿੰਦੇ ਨੇ ਵੀ ਜਿਵੇਂ ਕੋਈ ਖੁੱਲ੍ਹਾ ਮਿਲ ਗਿਆ ਉਹਨਾਂ ਨੂੰ, ਨਾ ਉਹਦੇ ਨਾਲ ਕੋਈ ਹਥਿਆਰਬੰਦ ਬੰਦੇ ਸੀ ਨਾ ਕੁਝ ਸੀ, ਉਹਦੇ ਕੋਲ ਆਪਣੇ ਰਿਵਾਲਵਰ ਸੀਗਾ, ਪਰ ਉਹ ਅਗਲੇ ਕਿੱਥੇ ਸ਼ੂਟਰ ਇੰਨੇ ਟ੍ਰੇਨਡ ਸੀਗੇ, ਉਹਨਾਂ ਨੇ ਟਾਈਮ ਹੀ ਨਹੀਂ ਦਿੱਤਾ ਕਿ ਉਹ ਆਪਣੇ ਰਿਵਾਲਵਰ ਨਾਲ ਕਿਸੇ ਨੂੰ ਮਾਰ ਸਕੇ। ਸੋ ਉਹਦਾ ਅਸਰ ਹੋਇਆ ਹੋਊਗਾ, ਪਰ ਕਿੰਨਾ ਕੁ ਅਸਰ ਹੋਇਆ ਹੋਊਗਾ? 25-30 ਹਜ਼ਾਰ ਵੋਟ ਜਿਹੜੀ ਹੈ ਉਹ ਕਾਂਗਰਸ ਨੂੰ ਪੈ ਗਈ ਹੋਊਗੀ ਜਾਂ ਕਿਸੇ ਹੋਰ ਪਾਰਟੀ ਨੂੰ, ਕਿਉਂਕਿ ਜਦੋਂ ਤੁਸੀਂ ਮਾਰਜਨ ਵੱਲ ਦੇਖਦੇ ਹੋ ਫਿਰ ਦੇਖਦੇ ਹੋ ਵੀ ਲੋਕਾਂ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ, ਲੋਕਾਂ ਨੇ ਵੋਟਾਂ ਪਾਈਆਂ। ਸੋ ਇੱਥੋਂ ਇੱਥੇ ਵੀ ਨਹੀਂ ਕੀਤੀ ਬੀਜੇਪੀ ਨੂੰ, ਫਿਰ ਕਾਫੀ ਵੋਟ ਦੇਖੋ ਬੀਜੇਪੀ ਜਿਹੜੀ ਹੈ ਉਹਨੇ ਤੇ ਇਹ ਉਹਨਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਆਪਣਾ ਕੋਈ ਸਮਝੌਤੇ ਨਾਲ ਅਲਾਇੰਸ ਨਾਲ ਚੋਣ ਨਹੀਂ ਲੜਨੀ, ਅੱਗੋਂ
ਇਸ ਲਈ ਉਹਨਾਂ ਨੇ ਪ੍ਰਚਾਰ ਵੀ ਬੜਾ ਕੀਤਾ, ਉਹਨਾਂ ਨੇ ਪੈਸਾ ਵੀ ਲਾਇਆ, ਉਹਨਾਂ ਕੋਲ ਪੈਸਾ ਹੈ ਵੀ ਬੜਾ, ਪਰ ਉਹਨਾਂ ਨੂੰ ਫਿਰ ਵੀ ਮੈਂ ਕਹਿੰਦਾ ਅੱਛੀ ਵੋਟ ਪੈ ਗਈ ਹੈ। 1,34,800 ਵੋਟ ਪੈ ਗਈ ਹੈ। ਇਹ ਅੱਛੀ ਵੋਟ ਹੈ। ਪਹਿਲੀ ਵਾਰੀ ਉਹ ਇਕੱਲੇ ਪੰਜਾਬ ਵਿੱਚ ਮੈਂਬਰ ਪਾਰਲੀਮੈਂਟ ਦੀ, ਚਾਹੇ ਜ਼ਮਾਨਤ ਜ਼ਬਤ ਹੋ ਗਈ ਹੈ, ਜ਼ਮਾਨਤ ਜ਼ਬਤ ਹੋ ਜਾਣ ਨੂੰ ਲੋਕੀ ਬੜਾ ਇੱਕ ਧੱਬਾ ਜਿਹਾ ਸਮਝਦੇ ਨੇ, ਤੇ ਉਹ ਕੋਈ ਵੀ ਹੋਵੇ ਉਹਨਾਂ ਦੇ ਨਾਲ ਜਿਹੜਾ ਗੁਰਜੰਟ ਸਿੰਘ ਕੱਟੂ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਤੇ ਦੋ ਹੀ ਹੋਈਆਂ ਤੇ ਸੁਖਬੀਰ ਦਾ ਬਚਾਅ ਹੋ ਗਿਆ ਕਿ ਉਹਦੇ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਨਹੀਂ ਹੋਈ। ਸੋ ਸਾਨੂੰ ਇਸ ਟੋਟਲ ਜਿਹੜੀ ਪੰਜਾਬ ਦੀ ਇਹ ਚੋਣ ਹੋਈ ਹੈ, ਇਹਦੇ ਚੋਂ ਇੱਕ ਗੱਲ ਸਮਝਣੀ ਚਾਹੀਦੀ ਹੈ ਵੀ ਜਿਹੜਾ ਭਗਵੰਤ ਮਾਨ ਦਾ ਕਰਪਸ਼ਨ ਦੇ ਅਗੇਂਸਟ ਕੰਪੇਨ ਹੈ, ਜਿਸ ਤਰ੍ਹਾਂ ਉਹ ਕਰਪਟ ਬੰਦਿਆਂ ਨੂੰ ਤੇ ਅਫਸਰਾਂ ਨੂੰ ਫੜਦਾ, ਹਾਲਾਂਕਿ ਜਿਹੜੀ IAS ਲਾਬੀ ਹੈ ਉਹਨਾਂ ਦੀ ਐਸੋਸੀਏਸ਼ਨ ਅੱਗੇ ਉਹ ਝੁਕ ਗਿਆ, ਕਿਉਂਕਿ ਜਿਹੜਾ ਇੰਡਸਟਰੀਅਲ ਡਿਵੈਲਪਮੈਂਟ ਐਂਡ ਐਕਸਪੋਰਟ ਕਾਰਪੋਰੇਸ਼ਨ ਦਾ ਕੇਸ ਸੀਗਾ, ਜਿਹਦੇ ਵਿੱਚ ਇੱਕ ਵੂਮਨ IAS ਆਫਿਸਰ ਵੀ ਫਸੀ ਸੀ, ਤੇ ਉਹ ਸਾਰਾ ਉਹ ਦਬ ਆ ਗਿਆ, ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਚੀਫ ਮਿਨਿਸਟਰ ਨੇ IAS ਲੌਬੀ ਨਾਲ ਕੰਪਰੋਮਾਈਜ਼ ਕਰ ਲਿਆ। ਨਹੀਂ ਤੇ ਉਹ ਕੇਸ 'ਚ ਉਹ ਬੰਦੇ ਫੜੇ ਜਾਣੇ ਚਾਹੀਦੇ ਸੀ, ਅਰੈਸਟ ਹੋਣੀ ਚਾਹੀਦੀ ਸੀ, ਔਰ ਪੂਰੀ ਇਨਕੁਆਇਰੀ ਹੋਣੀ ਚਾਹੀਦੀ। ਜਿਹੜੇ 6 ਬੰਦੇ ਅੰਦਰ ਹੈ ਉਹ ਅੰਦਰ ਹੋ ਗਏ, ਬਾਕੀ ਜਿਹੜੇ ਦਬਾਅ ਪੈ ਗਿਆ ਉਸ ਤੋਂ ਬਾਅਦ ਕੋਈ ਅਰੈਸਟ ਨਹੀਂ ਹੋਈ, ਇਨਵੈਸਟੀਗੇਸ਼ਨ ਵੀ ਕਿਸੇ ਪਾਸੇ ਨਹੀਂ ਚੱਲ ਰਹੀ। ਸੋ ਇਹ ਚੱਲ ਰਿਹਾ। ਸੋ ਇਹ ਜਿਹੜੀਆਂ ਚੋਣ ਹੋਈ ਹੈ, ਇਸ ਚੋਣ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਗੌਰਮੈਂਟ ਦਾ ਲਿਟਮਸ ਟੈਸਟ ਸੀਗਾ। ਸਾਰੀਆਂ ਪਾਰਟੀਆਂ ਨੇ ਬੜੀ ਮਿਹਨਤ ਕੀਤੀ ਹੈ, ਪਰ ਕਿਉਂਕਿ ਉਹਨਾਂ ਕੋਲ ਇੱਕ ਤੇ ਰਾਜ ਸੱਤਾ ਹੈ, ਤਾਕਤ ਹੈ, ਉਹਨਾਂ ਕੋਲ ਸਟੇਟ ਦੀ ਪਾਵਰ ਹੈ, ਸੋ ਸਟੇਟ ਦੀ ਪਾਵਰ ਦਾ ਐਡਵਾਂਟੇਜ ਹੁੰਦਾ ਹੈ। ਜਿਹੜਾ ਲੋਕ ਇਹ ਦੋਸ਼ ਲਾਉਂਦੇ ਵੀ ਪੁਲਿਸ ਦੀ ਮਦਦ ਲਈ ਹੋਣੀ ਹੈ, ਇਹਦੇ 'ਚ ਮੈਂ ਨਹੀਂ ਇਸ ਤੋਂ ਇਨਕਾਰੀ ਹੁੰਦਾ, ਕਿਉਂਕਿ ਜਿਹਦਾ ਵੀ ਰਾਜ ਹੋਵੇ ਉਹ ਪੁਲਿਸ ਦੀ ਮਦਦ ਥੋੜ੍ਹੀ ਬਹੁਤੀ ਤੇ ਲੈਂਦਾ। ਜਿਵੇਂ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਹੈ, ਉਹ ਆਪਣੀ ED ਦੀ ਵੀ ਲੈਂਦੇ ਨੇ, ਇਨਕਮ ਟੈਕਸ ਦੀ ਵੀ ਲੈਂਦੇ ਨੇ, ਤੇ ਆਪਣੀ CBI ਦੀ ਵੀ ਮਦਦ ਲੈਂਦੇ ਨੇ। ਤੋਂ ਸਾਰੇ ਪਾਸੋਂ ਘੇਰ ਘੂਰ ਕੇ ਉਹ ਆਪਣੇ ਜਿਹੜੇ ਵੋਟਾਂ ਇਕੱਠੀਆਂ ਕਰਨ ਲਈ ਲੀਡਰਾਂ ਨੂੰ ਪਾਰਟੀ 'ਚ ਉਹ ਕੱਢ ਕੇ ਛੱਡ ਕੇ ਆਪਣੀ ਪਾਰਟੀ ਲਿਆਉਣ ਲਈ ਇਹਦੇ 'ਚ ਕੀਤਾ ਹੋਣਾ। ਪਰ ਜੇ ਉਹ ਜਿੰਨੀ ਵੋਟ ਪਈ ਹੈ ਤੇ ਜਿੰਨੀ ਬਾਕੀਆਂ ਨੂੰ ਪਈ ਹੈ, ਇਹਦੇ ਆਧਾਰ 'ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਭਗਵੰਤ ਮਾਨ ਦੀ ਪਾਰਟੀ ਦੀ ਜਿੱਤ ਹੈ, ਜਿਹੜੀ ਕਿ ਸੁਸ਼ੀਲ ਰਿੰਕੂ ਜੋ ਕਿ ਕਾਂਗਰਸ 'ਚੋਂ ਲਿਆ ਉਹਨਾਂ ਨੇ ਕੈਂਡੀਡੇਟ, ਉਹ ਜਿੱਤ ਹੈ, ਉਹ ਸਿਰਫ ਪੁਲਿਸ ਦੀ ਜਿੱਤ ਹੈ। ਕਿਉਂਕਿ ਕੈਂਡੀਡੇਟ ਜਿਹੜਾ ਸੀਗਾ ਸੁਖਵਿੰਦਰ ਕੁਮਾਰ ਸੁੱਖੀ, ਇਹਦੀ ਰੈਪੂਟੇਸ਼ਨ ਬਹੁਤ ਅੱਛੀ ਸੀਗੀ, ਇਹ ਅੱਛਾ ਕੈਂਡੀਡੇਟ ਅਕਾਲੀ ਦਲ ਨੇ ਲੱਭਿਆ ਸੀ, ਔਰ ਉਹ MLA ਵੀ ਹੈ, ਉਹਦੀ ਪਹੁੰਚ ਵੀ ਹੈ, ਸਾਰਾ ਕੁਝ ਹੈ, ਉਹਦੇ ਹਿਸਾਬ ਨਾਲ ਸੰਬੰਧ ਨਾਰਕ ਨਾਲ ਉਹਦੇ ਘਰੇ ਆਉਣਾ ਜਾਣਾ, ਲੋਕਾਂ ਦੇ ਦੁੱਖਾਂ 'ਚ ਸ਼ਰੀਕ ਹੋਣਾ। ਪਰ ਉਹ ਇੰਨੀਆਂ ਵੋਟਾਂ ਲੈ ਗਿਆ 1,58,445। ਸੋ ਅਕਾਲੀ ਦਲ ਪ੍ਰਾਊਡ ਫੀਲ ਕਰ ਸਕਦਾ ਵੀ ਸਾਡੀ ਜਿਹੜੀ ਗਿਰੀ ਹੋਈ ਸਾਖ ਹੈ ਉਹ ਮਾੜੀ ਜੀ ਤੇ ਉੱਠੀ ਹੈ ਨਾ, ਪੁੰਗਰੀ ਤੇ ਹੈ ਜੀ। ਤੋ ਇਹ ਕਿੰਨੀ ਕੁ ਪੁੰਗਰੇਗੀ ਅੱਗੇ ਪਤਾ ਲੱਗ ਜਾਏਗਾ। ਕੀ ਲੱਗਦਾ ਸਰ, ਜਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਚੋਣਾਂ ਹੋ ਗਈਆਂ, 58,000 ਦਾ ਮਾਰਜਨ ਜਿਹੜਾ ਆਮ ਆਦਮੀ ਪਾਰਟੀ ਨੇ ਪ੍ਰਾਪਤ ਕਰ ਲਿਆ, ਤਾਂ ਆਮ ਆਦਮੀ ਪਾਰਟੀ ਨੇ ਖੁਸ਼ੀ ਬੜੇ ਚੰਗੇ ਤਰੀਕੇ ਨਾਲ ਮਨਾਈ, ਕਿਉਂਕਿ ਇੱਕ ਪਾਸੇ ਉਹਨਾਂ ਨੂੰ ਨੈਸ਼ਨਲ ਪਾਰਟੀ ਜਿਹੜਾ ਸਨਮਾਨ ਮਿਲ ਚੁੱਕਿਆ। ਤਾਂ ਕਿਵੇਂ ਦੇਖਦੇ ਹੋ 2024 ਕਿਸ ਤਰੀਕੇ ਦਾ ਮੁਕਾਬਲਾ ਰਹਿਣ ਵਾਲਾ, ਤਾਂ ਕੀ ਮੈਸੇਜ ਹੋਏਗਾ ਅਖੀਰ ਤੇ ਲੋਕਾਂ ਨੂੰ? ਦੇਖੋ, ਜਿਹੜਾ 2024 ਹੈ ਨਾ, ਉਹ ਬਹੁਤਾ ਸਮਾਂ ਨਹੀਂ ਲੈ ਗਿਆ, 11 ਕੁ ਮਹੀਨੇ ਦਾ ਟਾਈਮ ਰਹਿ ਗਿਆ। ਤੋਂ 11 ਕੁ ਮਹੀਨੇ 'ਚ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ 13 ਸੀਟਾਂ, ਉਹਦੇ 'ਤੇ ਬੜੀ ਮਿਹਨਤ ਕਰਨੀ ਪਏਗੀ, ਲੋਕਾਂ ਦੇ ਕੰਮ ਕਰਨਾ ਪੈਣਗੇ, ਉਹਨਾਂ ਨੂੰ ਆਮ ਆਦਮੀ ਪ੍ਰਤੀ ਰੁਝਾਨ ਬਣਾਉਣ ਲਈ ਹੁਣੇ ਤੋਂ ਹੀ ਕੰਮ ਸ਼ੁਰੂ ਕਰਨਾ ਪਏਗਾ। ਕਿਉਂਕਿ ਜਿਹੜੀ ਵੋਟ ਮੰਗੀ ਹੈ ਉਸਨੇ ਇਹ ਕਿਹਾ ਵੀ ਮੈਨੂੰ ਇੱਕ ਚਾਂਸ ਦੇ ਦਿਓ। ਜਿਹੜਾ ਚੀਫ ਮਿਨਿਸਟਰ ਨੇ ਬਾਰ-ਬਾਰ ਕਿਹਾ ਵੀ ਮੈਨੂੰ 11 ਮਹੀਨੇ ਦੀ ਗੱਲ ਹੈ, ਮੈਨੂੰ ਇੱਕ ਮੌਕਾ ਦਿਓ, ਇੱਕ ਮੌਕਾ ਦਿਓ। ਤਾਂ ਉਹਨਾਂ ਨੇ ਇੱਕ ਮੌਕਾ ਦੇ ਦਿੱਤਾ, ਪਰ ਉਹਨੇ ਨਾਲ ਇਹ ਕਿਹਾ ਵੀ ਜੇ ਮੈਂ ਕੁਛ ਨਹੀਂ ਕਰਾਂਗਾ ਤੁਹਾਡਾ ਤੇ ਫਿਰ ਤੁਸੀਂ ਮੈਨੂੰ ਹਰਾ ਦਿਆ ਜੇ 2024 'ਚ। ਸੋ 2024 ਦੀ ਇਲੈਕਸ਼ਨ ਤੇ ਇਸ ਤਰ੍ਹਾਂ ਨਹੀਂ ਹੋਣੀ ਜਿਸ ਤਰ੍ਹਾਂ ਹੁਣ ਜਲੰਧਰ 'ਚ ਹੋਈ ਹੈ ਜਾਂ ਸੰਗਰੂਰ 'ਚ। ਜਿਹੜੀ ਜਨਰਲ ਇਲੈਕਸ਼ਨ ਹੁੰਦੀ ਹੈ ਉਹਦੇ 'ਤੇ ਫਿਰ ਬੜੇ ਬੜੇ ਮਹਾਰਥੀ ਸਟਾਰ ਕੰਪੇਨਰ ਆਉਂਦੇ ਨੇ ਸਾਰੀਆਂ ਪਾਰਟੀਆਂ ਦੇ। ਇਹਨਾਂ ਕੋਲ ਤੇ ਕੰਪੇਨਰ ਹੀ ਦੋ, ਇੱਕ ਅਰਵਿੰਦ ਕੇਜਰੀਵਾਲ ਹੈ, ਇੱਕ ਭਗਵੰਤ ਮਾਨ ਹੈ ਜੀ, ਤੀਸਰਾ ਬੰਦਾ ਕੋਈ ਨਹੀਂ ਪਾਰਟੀ ਕੋਲ ਜਿਹੜਾ ਕੰਪੇਨ ਵਿੱਚ ਬਹੁਤ ਯੋਗਦਾਨ ਪਾ ਸਕੇ। ਪਰ ਪੰਜਾਬ ਲਈ ਭਗਵੰਤ ਮਾਨ ਇੱਕ ਚੰਗਾ ਕੰਪੇਨਰ ਹੈ।
ਜੀ ਇੱਕ ਸਟਾਰ ਹੈ ਜੀ ਉਹਦੇ ਮੁਕਾਬਲੇ 'ਚ ਹਲੇ ਤੱਕ ਕਿਸੇ ਪਾਰਟੀ ਕੋਲ ਉਹ ਜਿਹਾ ਕੰਪੇਨਰ ਹੈ ਨਹੀਂ ਜੀ ਕਿਉਂਕਿ ਜਿਸ ਤਰ੍ਹਾਂ ਉਹਨੇ ਇਹ ਦਿਨ ਰਾਤ ਮਿਹਨਤ ਕਰਕੇ ਚੋਣ ਜਿੱਤੀ ਹੈ ਇਹ ਉਹਦੀ ਪ੍ਰੈਸਟੀਜ ਦਾ ਸਵਾਲ ਸੀ। ਜੋ ਅੱਜ ਹਾਰਿਆ ਹੁੰਦਾ ਤੇ ਮਹਿਸੂਸਿਆ ਹੋਇਆ ਹੁੰਦਾ ਤੇ ਉਹਦੀ ਪਾਰਟੀ ਦੀ ਤੋਏ ਕਰ ਦੇਣੀ ਸੀ ਕਾਂਗਰਸ ਤੇ ਹੋਰ ਪਾਰਟੀਆਂ। ਠੀਕ ਹੈ, ਬਹੁਤ ਸ਼ੁਕਰੀਆ। ਤਾਂ ਇਹ ਚਰਚਾ ਇੱਥੇ ਹੀ ਖਤਮ ਕਰਦੇ ਹਾਂ। ਤਾਂ ਕਿਸ ਤਰੀਕੇ ਦੇ ਨਾਲ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਮੈਂਬਰ ਆਫ ਪਾਰਲੀਮੈਂਟ ਜਿਹੜਾ ਭੇਜ ਦਿੱਤਾ, ਤਾਂ ਇਸ ਦੇ ਵਿੱਚ ਜਿਹੜੀ 2000 ਦੀਆਂ ਚੋਣਾਂ ਨੇ ਉਸ ਦੇ ਵਿੱਚ ਵੀ ਫਰਕ ਪਤਾ ਲੱਗ ਜਾਵੇਗਾ ਕਿਸ ਤਰੀਕੇ ਦੇ ਨਾਲ VOTING ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਜਿਹੜੀ ਹੈ ਸਟਾਰ ਕੰਪੇਨਿੰਗ ਹੁੰਦੀ ਹੈ। ਕਿਉਂਕਿ ਵੱਡੇ ਵੱਡੇ ਪ੍ਰਚਾਰਕ ਆਉਂਦੇ ਨੇ, ਪ੍ਰਚਾਰ ਕਰਦੇ ਨੇ, ਤਾਂ ਉਸ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ ਕਿਹੜੇ ਲੋਕ ਨੇ ਕਿਹਨੂੰ ਵੋਟ ਪਾਉਂਦੇ ਨੇ। ਤਾਂ ਇਸ ਵਾਰ ਜਿਹੜਾ ਥੋੜਾ ਸਮਾਂ ਮੰਗਿਆ ਮੁੱਖ ਮੰਤਰੀ ਪੰਜਾਬ ਨੇ। ਇਹ ਚਰਚਾ ਇੱਥੇ ਹੀ ਖਤਮ ਕਰਦੇ ਹਾਂ। ਧੰਨਵਾਦ।